ਬੇਅਦਬੀਆਂ ਦਾ ਜਿਹੜਾ ਸਿਨੈਰੀਓ ਰਚਿਆ ਜਾ ਰਿਹਾ ਹੈ, ਕੀ ਹੋ ਸਕਦਾ ਇਹਦੇ ਪਿੱਛੇ, ਕਿਸ ਤਰ੍ਹਾਂ ਵੇਖਦੇ ਹੋ? 1978 ਦਾ ਜਿਹੜਾ ਨਿਰੰਕਾਰੀ ਕਾਂਡ ਅੰਮ੍ਰਿਤਸਰ 'ਚ ਹੋਇਆ ਵਿਸਾਖੀ ਦੇ ਮੌਕੇ ਤੇ, ਜਿੱਥੋਂ ਸਾਰੇ ਪੰਜਾਬ ਦਾ ਜਿਹੜਾ ਦੁਖਾਂਤ ਅਸੀਂ 15 ਸਾਲ ਸੰਤਾਪ ਭੋਗਿਆ, ਜਿਹਦੇ ਵਿੱਚ ਬਲੂ ਸਟਾਰ ਹੋਇਆ, ਦਿੱਲੀ ਦੇ ਕਤਲੇਆਮ ਹੋਇਆ, ਹੋਰ ਦੇਸ਼ ਵਿੱਚ, ਉਦੋਂ ਵੀ ਇਹ ਬੇਅਦਬੀ ਹੋ ਰਹੀ ਸੀ। ਉਹ ਏਡਾ ਵੱਡਾ ਕਤਲੇਆਮ ਉੱਥੇ ਹੋਇਆ, ਇਹਦੇ ਬਾਵਜੂਦ ਉਹ ਬਚ ਕੇ ਉੱਥੋਂ ਜਿਹੜਾ ਨਿਰੰਕਾਰੀ ਮੁਖੀ ਨਿਕਲ ਜਾਂਦਾ ਹੈ। ਇਹ ਘਟਨਾਵਾਂ ਕਰਨ ਵਾਲੇ ਕੌਣ ਹੈ ਉਹ ਮੈਟਰ ਨਹੀਂ ਕਰਦੇ। ਹੁਣ ਤੁਸੀਂ ਜਿਹੜੀਆਂ ਰੀਸੈਂਟ ਘਟਨਾਵਾਂ ਗਿਣੀਆਂ ਤੇ ਉਹਦੇ ਪਿੱਛੇ ਥੋੜ੍ਹਾ ਜਿਹਾ ਜਾਓ ਤੇ ਦਰਬਾਰ ਸਾਹਿਬ ਕਿੱਡੀ ਵੱਡੀ ਘਟਨਾ ਹੋਈ ਸੀ। ਉਹ ਜੰਗਲਾਂ ਕ੍ਰਾਸ ਕਰਕੇ ਜਾ ਰਿਹਾ ਤੇ ਜਿਹੜੀ ਹੈਰਾਨੀ ਵਾਲੀ ਗੱਲ ਹੈ ਕਿ ਜਿਹੜਾ ਬੰਦਾ ਉਹਨੂੰ ਫੈਸਿਲੀਟੇਟ ਕਰ ਰਿਹਾ, ਉਹਨੂੰ ਸਪੇਸ ਬਣਾ ਕੇ ਦੇ ਰਿਹਾ ਛਾਲ ਮਾਰਨ ਲਈ 1-2 ਫੁੱਟ ਦੀ, ਕਿਉਂਕਿ ਰਸ਼ ਬਹੁਤ ਹੁੰਦਾ ਉੱਥੇ। ਉਹ ਛਾਲ ਮਾਰ ਕੇ ਜਾਂਦਾ ਤੇ ਉਹ 10-12 ਸਕਿੰਟ ਦੀ ਜਿਹੜੀ ਵੀਡੀਓ ਹੈ, ਉਸ ਤੋਂ ਬਾਅਦ ਉਹੀ ਬੰਦਾ ਉਹਨੂੰ ਵਾਲਾਂ ਤੋਂ ਫੜ ਕੇ ਬਾਹਰ ਫੜਦਾ। ਇਹ ਜਿਹੜੇ ਮੰਦਬੁੱਧੀ ਕਹਿ ਦਿੱਤੇ ਜਾਂਦੇ ਆ, ਜਿਹੜਾ ਅਨੰਦਪੁਰ ਸਾਹਿਬ ਵਾਲਾ ਸੀ ਉਹਨੂੰ ਵੀ ਮੰਦਬੁੱਧੀ ਕਹਿ ਦਿੱਤਾ ਗਿਆ ਸੀ। ਤੇ ਫਿਰ ਤੁਸੀਂ ਦੇਖੋ ਜਿਹੜੇ ਨੇ ਬੇਅਦਬੀ ਕੀਤੀ ਬਰਗਾੜੀ ਵਿੱਚ ਜਾਂ ਕਿਤੇ ਹੋਰ, ਉਹ ਉਹੀ ਬਾਹਰ ਆ ਕੇ ਉਹ ਪੁਲਿਸ ਦੀਆਂ ਸਿਕਿਉਰਟੀਆਂ ਲੈ ਕੇ ਘੁੰਮਦੇ ਫਿਰਦੇ ਆ। ਪੰਜਾਬ ਤੋਂ ਬਾਹਰ ਨਹੀਂ ਹੋ ਰਹੀਆਂ, ਔਰ ਕਿਸੇ ਦੇਸ਼ ਤੋਂ ਬਾਹਰ ਨਹੀਂ ਹੋ ਰਹੀਆਂ, ਕਿਸੇ ਹੋਰ ਧਰਮ ਸਥਾਨ 'ਚ ਨਹੀਂ ਹੋ ਰਹੀਆਂ, ਵਾਰ-ਵਾਰ ਗੁਰਦੁਆਰਿਆਂ 'ਚ ਹੀ ਹੋ ਰਹੀਆਂ। ਉਹ ਮੰਦਬੁੱਧੀ ਗੁਰਦੁਆਰਿਆਂ 'ਚ ਹੀ ਵਾਰ-ਵਾਰ ਆਉਂਦੇ ਔਰ ਅਲੱਗ-ਅਲੱਗ ਤਰੀਕਿਆਂ ਨਾਲ ਆਉਂਦੇ ਆ। ਇਹਦੇ ਪਿੱਛੇ ਇਹ ਸਾਰੀ ਸਾਜ਼ਿਸ਼ ਦੇ ਪਿੱਛੇ ਕੌਣ ਹੈ ਸਾਜ਼ਿਸ਼ ਕਰਦਾ, ਜਿਹੜਾ ਇਹ ਸਾਰਾ ਕੁਝ ਕਰ ਰਿਹਾ, ਲਾਲਚ ਦੇ ਰਿਹਾ ਹੈ, ਜਾਂ ਕਿਵੇਂ ਉਹਨਾਂ ਤੋਂ ਇਹ ਘਟਨਾਵਾਂ ਕਰਵਾਈਆਂ ਜਾ ਰਹੀਆਂ? ਕਿਉਂਕਿ ਇਹ ਤਾਂ ਟੂਲਸ ਹੈ ਜਿਹੜੇ ਅੱਗੇ ਆ ਰਹੇ ਆ, ਜਿਨ੍ਹਾਂ ਨੂੰ ਅਸੀਂ ਕਹਿ ਰਹੇ ਹਾਂ ਮਿਸਾਲੀ ਸਜ਼ਾ ਦਿਓ। ਉਹਨਾਂ ਨੂੰ ਮਿਸਾਲੀ ਸਜ਼ਾ ਦੇਣ ਨਾਲ ਕੁਝ ਨਹੀਂ ਬਣਨਾ। ਉਹਨਾਂ ਨੂੰ ਤਾਂ ਲੋਕਾਂ ਨੇ ਫੜ ਕੇ ਮਾਰਤਾ ਤੇ ਉਹਦੇ ਨਾਲ ਕੀ ਫਰਕ ਪਏਗਾ? ਬੇਅਦਬੀ ਰੁਕ ਗਈ। ਆ ਜਿਹੜੇ ਦਰਬਾਰ ਸਾਹਿਬ 'ਚ ਬੰਬ ਧਮਾਕੇ ਹੋਏ ਆ, ਇਹ ਸ਼੍ਰੋਮਣੀ ਕਮੇਟੀ ਦੀ ਮੁਸਤੈਦੀ ਸੀ ਕਿ ਉਹਨਾਂ ਨੇ ਖੁਦ ਉਹ ਬੰਦੇ ਆਇਡੈਂਟੀਫਾਈ ਕਰਕੇ ਫੜ ਲਏ, ਪੁਲਿਸ ਦੇ ਹਵਾਲੇ ਕਰਤੇ। ਅਦਰਵਾਈਜ਼ ਇਹ ਬੰਦੇ ਬਾਅਦ 'ਚ ਫੜੇ ਜਾਂਦੇ ਤੇ ਇਹ ਗੱਲ ਕਹਿਣੀ ਸੀ ਕਿ ਗੁਰੂ ਰਾਮਦਾਸ ਸਰਾਜ ਬੰਬ ਬਣ ਰਹੇ ਸੀ। ਲੁਧਿਆਣਾ ਟਾਈਮਸ ਵੇਖ ਰਹੇ ਤਮਾਮ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਅਮਨ ਸਿੰਘ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਕਰਦਾ। ਪੰਜਾਬ ਦੇ ਵਿੱਚ ਇੱਕ ਤੋਂ ਬਾਅਦ ਇੱਕ ਬੇਅਦਬੀਆਂ ਜਿਹੜੀਆਂ ਸਾਹਮਣੇ ਆ ਰਹੀਆਂ ਨੇ। ਹਾਲੇ ਬਰਗਾੜੀ ਦੇ ਜਿਹੜੇ ਜ਼ਖਮ ਨੇ ਨਹੀਂ ਭਰੇ ਸਨ, ਸਿੱਖ ਸੰਗਤ ਦੇ ਜਿਹੜੇ ਹਿਰਦੇ ਨੇ ਉਹ ਵਲੂੰਦਰੇ ਗਏ ਸਨ। ਉਸ ਤੋਂ ਬਾਅਦ ਵੇਖਿਆ ਜਾ ਰਿਹਾ ਕਿ ਪਹਿਲਾਂ ਪਿਛਲੇ ਦਿਨੀ ਇੱਕ ਮਾਮਲਾ ਸਾਹਮਣੇ ਆਇਆ ਮਰਿੰਡਾ ਦੇ ਇਤਿਹਾਸਿਕ ਗੁਰਦੁਆਰਾ ਕੋਤਵਾਲੀ ਸਾਹਿਬ ਦੇ ਵਿੱਚ। ਉਸ ਤੋਂ ਬਾਅਦ ਪਿਛਲੇ ਦਿਨੀ ਪਟਿਆਲਾ ਦੇ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਦੇ ਵਿੱਚ ਇੱਕ ਔਰਤ ਜਿਹੜੀ ਹੈ ਸਰੋਵਰ ਦੇ ਨਜ਼ਦੀਕ ਸ਼ਰਾਬ ਪੀਂਦੀ ਫੜੀ ਗਈ ਸੀ, ਬੇਅਦਬੀ ਕਰਨ ਦੀ ਕੋਸ਼ਿਸ਼ ਉਸਨੇ ਕੀਤੀ ਸੀ। ਸੋ ਇੱਕ ਹੋਰ ਮਾਮਲਾ ਜਿਹੜਾ ਰਾਜਪੁਰੇ ਦੇ ਗੁਰਦੁਆਰਾ ਸਿੰਘ ਸਭਾ ਤੋਂ ਸਾਹਮਣੇ ਆਇਆ, ਜਿਸ ਵਿੱਚ ਇੱਕ ਸ਼ਖਸ ਬੂਟਾਂ ਸਮੇਤ ਨੰਗੇ ਸਿਰ ਗੁਰੂ ਮਹਾਰਾਜ ਦੀ ਤਾਬਿਆ ਦੇ ਵੱਲ ਵੱਧਦਾ ਹੈ। ਬੇਸ਼ੱਕ ਸੇਵਾਦਾਰਾਂ ਵੱਲੋਂ, ਪ੍ਰਬੰਧਕਾਂ ਵੱਲੋਂ ਉਸ ਨੂੰ ਰੋਕ ਲਿਆ ਜਾਂਦਾ ਹੈ ਔਰ ਉਸ ਤੋਂ ਬਾਅਦ ਪੁਲਿਸ ਦੇ ਹਵਾਲੇ ਕਰ ਦਿੱਤਾ ਜਾਂਦਾ ਹੈ। ਉਸਦੇ ਪਰਿਵਾਰ ਵਾਲੇ ਵੀ ਸਾਹਮਣੇ ਆਉਂਦੇ ਨੇ, ਜਿਨ੍ਹਾਂ ਦਾ ਇਹ ਕਹਿਣਾ ਹੈ ਕਿ ਸਾਡਾ ਪੁੱਤਰ ਜਿਹੜਾ ਹੈ ਦਿਮਾਗੀ ਤੌਰ 'ਤੇ ਪਰੇਸ਼ਾਨ ਸੀ। ਹਮੇਸ਼ਾ ਬੇਅਦਬੀ ਕਰਨ ਤੋਂ ਬਾਅਦ ਇਹੀ ਜਿਹੜੀ ਕਹਾਣੀ ਹੈ ਘੜੀ ਜਾਂਦੀ ਹੈ। ਸਾਜ਼ਿਸ਼ਕਰਤਾ ਜਿਹੜੇ ਨੇ ਸ਼ਰੇਆਮ ਖੁੱਲ੍ਹੇ ਘੁੰਮ ਰਹੇ ਨੇ, ਕਾਨੂੰਨ ਨੂੰ ਉਹਨਾਂ ਨੇ ਖੇਲ ਸਮਝਿਆ ਹੋਇਆ। ਸੋ ਕੀ ਕਾਰਨ ਨੇ ਇਹਨਾਂ ਦੇ ਪਿੱਛੇ, ਅੱਜ ਇਹ ਜਾਣਨ ਦੇ ਲਈ ਅਸੀਂ ਇੱਕ ਵਿਸ਼ੇਸ਼ ਚਰਚਾ ਕਰਨ ਦੇ ਲਈ ਪਹੁੰਚੇ ਹਾਂ। ਸਾਡੇ ਨਾਲ ਮੌਜੂਦ ਨੇ ਇੰਦਰਪਾਲ ਸਿੰਘ ਜੀ, ਡਾਇਰੈਕਟਰ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ। ਉਹਨਾਂ ਦੇ ਨਾਲ ਵਿਸ਼ੇਸ਼ ਤੌਰ 'ਤੇ ਚਰਚਾ ਕਰਾਂਗੇ ਕਿ ਕੀ ਕਾਰਨ ਨੇ, ਕੌਣ ਹੋ ਸਕਦਾ ਇਹਨਾਂ ਦੇ ਪਿੱਛੇ। ਕੀ ਕੁਝ ਸਿਆਸਤਦਾਨ ਜਿਹੜੇ ਸਿਆਸੀ ਰੋਟੀਆਂ ਸੇਕਣ ਦੇ ਲਈ ਇਹ ਸਾਰੇ ਵਰਤਾਰੇ ਕਰਵਾ ਰਹੇ ਨੇ, ਉਸ ਤੋਂ ਇਲਾਵਾ ਜਾਂ ਕਿਸੇ ਹੋਰ ਮਨਸ਼ਾ ਦੇ ਨਾਲ ਇਹਨਾਂ ਚੀਜ਼ਾਂ ਨੂੰ ਕਰਵਾਇਆ ਜਾਂਦਾ। ਸੋ ਸਾਡੇ ਨਾਲ ਮੌਜੂਦ ਨੇ ਇੰਦਰਪਾਲ ਸਿੰਘ ਜੀ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਜੀ ਸਰ, ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਲੁਧਿਆਣਾ ਟਾਈਮਸ 'ਤੇ। ਬਹੁਤ-ਬਹੁਤ ਧੰਨਵਾਦ ਜੀ। ਇੰਦਰਪਾਲ ਜੀ, ਸਭ ਤੋਂ ਪਹਿਲਾਂ ਜਿਵੇਂ ਕਿ ਅਸੀਂ ਸਾਰੇ ਜਾਣਦੇ ਹਾਂ ਕਿ ਪੰਜਾਬ ਦੇ ਵਿੱਚ ਇੱਕ ਤੋਂ ਬਾਅਦ ਇੱਕ ਬੇਅਦਬੀ ਜਿਹੜੀ ਹੈ ਇੰਸੀਡੈਂਟ ਸਾਹਮਣੇ ਆ ਰਿਹਾ। ਪਹਿਲਾਂ ਕੋਤਵਾਲੀ ਸਾਹਿਬ ਦੇ ਇਤਿਹਾਸਿਕ ਗੁਰਦੁਆਰਾ ਦੇ ਵਿੱਚ, ਉਸ ਤੋਂ ਬਾਅਦ ਦੁੱਖ ਨਿਵਾਰਨ ਸਾਹਿਬ ਪਟਿਆਲਾ ਗੁਰਦੁਆਰੇ ਦੇ ਵਿੱਚ, ਔਰ ਹੁਣ ਰਾਜਪੁਰਾ ਦੇ ਸਿੰਘ ਸਭਾ ਗੁਰਦੁਆਰੇ ਦੇ ਵਿੱਚ। ਤੁਹਾਨੂੰ ਕੀ ਲੱਗਦਾ ਕਿ ਇਹ ਜੋ ਕੁਝ ਵੀ ਬੇਅਦਬੀਆਂ ਦਾ ਜਿਹੜਾ ਸਿਨੈਰੀਓ ਰਚਿਆ ਜਾ ਰਿਹਾ ਹੈ, ਕੀ ਹੋ ਸਕਦਾ ਇਹਦੇ ਪਿੱਛੇ, ਕਿਸ ਤਰ੍ਹਾਂ ਵੇਖਦੇ ਹੋ? ਅਮਨ ਜੀ, ਮੈਂ ਤੁਹਾਡੀ ਗੱਲ ਨੂੰ ਅੱਗੇ ਲਿਜਾਣ ਤੋਂ ਪਹਿਲਾਂ ਮੈਂ ਥੋੜ੍ਹਾ ਜਿਹਾ ਪਿੱਛੇ ਜਾਣਾ ਚਾਹੁੰਦਾ। 1978 ਦਾ ਜਿਹੜਾ ਨਿਰੰਕਾਰੀ ਕਾਂਡ ਅੰਮ੍ਰਿਤਸਰ 'ਚ ਹੋਇਆ ਵਿਸਾਖੀ ਦੇ ਮੌਕੇ ਤੇ, ਜਿੱਥੋਂ ਸਾਰੇ ਪੰਜਾਬ ਦਾ ਜਿਹੜਾ ਦੁਖਾਂਤ ਅਸੀਂ 15 ਸਾਲ ਸੰਤਾਪ ਭੋਗਿਆ, ਜਿਹਦੇ ਵਿੱਚ ਬਲੂ ਸਟਾਰ ਹੋਇਆ, ਦਿੱਲੀ ਦੇ ਕਤਲੇਆਮ ਹੋਇਆ, ਹੋਰ ਦੇਸ਼ ਵਿੱਚ, ਉਦੋਂ ਵੀ ਇਹ ਬੇਅਦਬੀ ਹੋ ਰਹੀ ਸੀ। ਕਿਉਂਕਿ ਜਗ੍ਹਾ ਜਗ੍ਹਾ ਸਿੱਖ ਪਰੰਪਰਾਵਾਂ ਨੂੰ, ਸਿੱਖ ਸਿਧਾਂਤਾਂ ਨੂੰ, ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਬਾਣੀ ਨੂੰ ਆਪਣੇ ਹਿਸਾਬ ਨਾਲ ਤੋੜ ਮਰੋੜ ਕੇ ਉਹ ਕੀਤਾ ਜਾ ਰਿਹਾ ਸੀ। ਅਤੇ
ਪੰਜ ਪਿਆਰਿਆਂ ਦੀ ਜਗ੍ਹਾ 'ਤੇ 7 ਸਿਤਾਰੇ ਸਜਾ ਕੇ ਉੱਦਾਂ ਹੀ ਨਗਰ ਕੀਰਤਨ ਕੱਢੇ ਜਾ ਰਹੇ ਸੀ ਅਤੇ ਬੜੀ ਦੀਦਾ ਦਲੇਰੀ ਦੇ ਨਾਲ ਉਹ ਪੰਜਾਬ ਦੇ ਸ਼ਹਿਰਾਂ 'ਚ ਹੋ ਰਿਹਾ ਸੀ। ਅਤੇ 1978 'ਚ ਵਿਸਾਖੀ ਦਾ ਦਿਨ ਚੁਣ ਕੇ ਅਤੇ ਉੱਦਾਂ ਦਾ ਹੀ ਜਿਹੜਾ ਅੰਮ੍ਰਿਤਸਰ ਵਰਗੇ ਸ਼ਹਿਰ 'ਚ ਮਤਲਬ ਉਹ ਹੋਇਆ। ਉਹ ਏਡਾ ਵੱਡਾ ਕਤਲੇਆਮ ਉੱਥੇ ਹੋਇਆ, ਇਹਦੇ ਬਾਵਜੂਦ ਉਹ ਬਚ ਕੇ ਉੱਥੋਂ ਜਿਹੜਾ ਨਿਰੰਕਾਰੀ ਮੁਖੀ ਨਿਕਲ ਜਾਂਦਾ ਹੈ। ਕਿੱਡਾ ਵੱਡਾ ਰੋਸ ਉਹ 2-3 ਮਹੀਨੇ ਪੰਜਾਬ ਦੇ ਵਿੱਚ ਚੱਲਿਆ ਅਤੇ ਉਹਦਾ ਅੱਜ ਤੱਕ 3 ਸਰਕਾਰਾਂ ਉਹਦੀ ਬਲੀ ਚੜ੍ਹ ਗਈਆਂ ਉਸ ਇਸ਼ੂ 'ਤੇ, ਅਤੇ ਆਹ ਚੌਥੀ ਸਰਕਾਰ ਹੈ ਅਤੇ ਉਹਦਾ ਕੋਈ ਲੌਜੀਕਲ ਐਂਡ, ਕੋਈ ਇਨਸਾਫ ਮਿਲਦਾ ਨਹੀਂ ਦਿਖ ਰਿਹਾ। ਕਿਉਂਕਿ ਕੋਟੇਸ਼ਨ ਬੜੀ ਮਸ਼ਹੂਰ ਅਕਸਰ ਅਸੀਂ ਕੋਟ ਕਰਦੇ ਹਾਂ ਕਿ ਇਨਸਾਫ ਹੋਣਾ ਹੀ ਨਹੀਂ ਚਾਹੀਦਾ, ਇਨਸਾਫ ਦਿਖਣਾ ਵੀ ਚਾਹੀਦਾ ਕਿ ਹੋ ਰਿਹਾ। ਕਿਉਂਕਿ ਇਹ ਘਟਨਾਵਾਂ ਕਰਨ ਵਾਲੇ ਕੌਣ ਹੈ ਉਹ ਮੈਟਰ ਨਹੀਂ ਕਰਦੇ। ਹੁਣ ਤੁਸੀਂ ਜਿਹੜੀਆਂ ਰੀਸੈਂਟ ਘਟਨਾਵਾਂ ਗਿਣੀਆਂ ਅਤੇ ਉਹਦੇ ਪਿੱਛੇ ਥੋੜ੍ਹਾ ਜਿਹਾ ਜਾਓ, ਅਤੇ ਦਰਬਾਰ ਸਾਹਿਬ 'ਚ ਕਿੱਡੀ ਵੱਡੀ ਘਟਨਾ ਹੋਈ ਸੀ। ਉਹ ਜੰਗਲਾਂ ਕ੍ਰੋਸ ਕਰਕੇ ਜਾ ਰਿਹਾ, ਅਤੇ ਜਿਹੜੀ ਹੈਰਾਨੀ ਵਾਲੀ ਗੱਲ ਹੈ ਕਿ ਜਿਹੜਾ ਬੰਦਾ ਉਹਨੂੰ ਫੈਸਿਲੀਟੇਟ ਕਰ ਰਿਹਾ, ਉਹਨੂੰ ਸਪੇਸ ਬਣਾ ਕੇ ਦੇ ਰਿਹਾ ਛਾਲ ਮਾਰਨ ਲਈ 1-2 ਫੁੱਟ ਦੀ, ਕਿਉਂਕਿ ਰਸ਼ ਬਹੁਤ ਹੁੰਦਾ ਉੱਥੇ। ਉਹ ਛਾਲ ਮਾਰ ਕੇ ਜਾਂਦਾ ਅਤੇ ਉਹ 10-12 ਸਕਿੰਟ ਦੀ ਜਿਹੜੀ ਵੀਡੀਓ ਹੈ, ਉਸ ਤੋਂ ਬਾਅਦ ਉਹੀ ਬੰਦਾ ਉਹਨੂੰ ਵਾਲਾਂ ਤੋਂ ਫੜ ਕੇ ਬਾਹਰ ਫੜਦਾ ਹੈ। ਅੱਜ ਤੱਕ ਉਹ ਪੁਲਿਸ ਉਸ ਬੰਦੇ ਨੂੰ ਟਰੇਸ ਨਹੀਂ ਕਰ ਸਕੀ। ਉਸ ਦਾ ਕਿਸੇ ਨੂੰ ਨਹੀਂ ਪਤਾ ਵੀ ਉਹ ਘਟਨਾ ਦਾ ਕੀ ਬਣਿਆ, ਉਹਦਾ ਮਾਸਟਰਮਾਈਂਡ ਕੌਣ ਸੀ, ਕੀ ਸੀ। ਸੇਮ ਅਨੰਦਪੁਰ ਸਾਹਿਬ ਦੇ ਤਖਤ ਸ਼੍ਰੀ ਕੇਸਗੜ੍ਹ ਸਾਹਿਬ 'ਚ ਬੰਦਾ ਜਾਂਦਾ ਹੈ ਅਤੇ ਆਪਣਾ ਉਹਦੇ ਵੀ ਤਾਰਾਂ ਡੇਰੇ ਸੱਚੇ ਸੌਦੇ ਨਾਲ ਜੁੜਦੀਆਂ ਜਾ ਕੇ। ਅਤੇ ਉਹ ਸਾਰਾ ਇਹ ਕਿਉਂ ਜਾ ਕੇ ਜਿਹੜੀ ਹੈ ਮਾਸਟਰਮਾਈਂਡ ਵਾਲੇ ਪਾਸੇ ਪੁਲਿਸ ਦੀ ਇਨਕੁਆਇਰੀ ਕਿਉਂ ਨਹੀਂ ਜਾਂਦੀ? ਕਿ ਸਾਡੀਆਂ ਦੇਸ਼ ਦੀਆਂ ਇਨਵੈਸਟੀਗੇਟਿੰਗ ਏਜੰਸੀਆਂ ਇੰਨੀਆਂ ਨਿਸਲ ਹੋ ਗਈਆਂ ਕਿ ਉਹ ਨਹੀਂ ਇਸ ਪਾਸੇ ਕਿਉਂ ਨਹੀਂ ਜਾਣਾ ਚਾਹੁੰਦੀਆਂ? ਇਹਦੇ ਪਿੱਛੇ ਕੀ ਕਾਰਨ, ਕੀ ਰੀਜ਼ਨ ਹੈ? ਇਹ ਆਮ ਜਿਹੜੀ ਸਿੱਖ ਸਾਈਕੀ ਹੈ ਉਹ ਮਤਲਬ ਕਿ ਉਹ ਜਾਣਨਾ ਚਾਹੁੰਦੀ ਹੈ ਵੀ ਇਹ ਘਟਨਾਵਾਂ, ਹੁਣ ਬੇਦਬੀ ਸ਼ਬਦ ਅਸੀਂ ਵਰਤ ਦਿੰਦੇ ਹਾਂ, ਉਹ ਬੇਦਬੀ ਸਿਰਫ ਗੁਰਦੁਆਰਿਆਂ 'ਚ ਹੀ ਕਿਉਂ ਹੋ ਰਹੀ ਹੈ? ਬਿਲਕੁਲ ਇਹ ਜਿਹੜੇ ਮੰਦਬੁੱਧੀ ਕਹਿ ਦਿੱਤੇ ਜਾਂਦੇ ਆ, ਜਿਹੜਾ ਅਨੰਦਪੁਰ ਸਾਹਿਬ ਵਾਲਾ ਸੀ ਉਹਨੂੰ ਵੀ ਮੰਦਬੁੱਧੀ ਕਹਿ ਦਿੱਤਾ ਗਿਆ ਸੀ। ਅਤੇ ਫਿਰ ਤੁਸੀਂ ਦੇਖੋ ਜਿਹੜੇ ਨੇ ਬੇਦਬੀ ਕੀਤੀ ਬਰਗਾੜੀ ਵਿੱਚ ਜਾਂ ਕਿਤੇ ਹੋਰ, ਉਹੀ ਬਾਹਰ ਆ ਕੇ ਉਹ ਪੁਲਿਸ ਦੀਆਂ ਸਿਕਿਉਰਟੀਆਂ ਲੈ ਕੇ ਘੁੰਮਦੇ ਫਿਰਦੇ ਆ। ਬਿਲਕੁਲ ਤੁਹਾਡੀ ਗੱਲ ਨਾਲ ਮੈਂ ਸਹਿਮਤ ਹਾਂ ਕਿ ਇਨਵੈਸਟੀਗੇਸ਼ਨ ਦੀ ਜੇ ਗੱਲ ਕੀਤੀ ਜਾਵੇ, ਜਿੰਨੇ ਵੀ ਇਹ ਵਰਤਾਰੇ ਵਾਪਰੇ ਨੇ, ਇਨਵੈਸਟੀਗੇਸ਼ਨ ਤੋਂ ਬਾਅਦ ਪੁਲਿਸ ਇਹੀ ਗੱਲ ਕਹਿੰਦੀ ਸਾਹਮਣੇ ਆਉਂਦੀ ਹੈ ਕਿ ਜਿਸ ਸ਼ਖਸ ਨੇ ਬੇਅਦਬੀ ਕੀਤੀ ਹੈ ਉਹਦਾ ਦਿਮਾਗੀ ਸੰਤੁਲਨ ਠੀਕ ਨਹੀਂ। ਦੂਸਰਾ ਸਵਾਲ ਮੈਂ ਇਹ ਪੁੱਛਣਾ ਚਾਹਾਂਗਾ ਕਿ ਇਹ ਕੀ ਕਾਰਨ ਹੈ ਕਿ ਜਿੰਨੇ ਵੀ ਦਿਮਾਗੀ ਸੰਤੁਲਨ ਖਰਾਬ ਵਾਲੇ ਪੇਸ਼ੈਂਟ ਨੇ ਉਹ ਸਾਰੇ ਗੁਰਦੁਆਰਾ ਸਾਹਿਬ 'ਚ ਕਿਉਂ ਆਉਂਦੇ ਨੇ, ਔਰ ਪੰਜਾਬ ਦੇ ਵਿੱਚ ਇਹ ਬੇਅਦਬੀਆਂ ਕਿਉਂ ਹੁੰਦੀਆਂ ਨੇ? ਉਸ ਪਿੱਛੇ ਵੀ ਕੋਈ ਸਾਜ਼ਿਸ਼ ਕਹਿ ਸਕਦੇ ਹਾਂ, ਜਾਂ ਸਾਜ਼ਿਸ਼ ਕਰਤਾ ਜਿਹੜਾ ਪੂਰੇ ਪਲਾਨ ਦੇ ਨਾਲ? ਕਿਉਂਕਿ ਦੇਖੋ ਸਿੱਧੇ ਤੌਰ 'ਤੇ ਵੇਖਿਆ ਜਾ ਰਿਹਾ ਕਿ ਨਾ ਤਾਂ ਮਿਸਾਲੀ ਸਜ਼ਾ ਦਿੱਤੀ ਜਾ ਰਹੀ ਹੈ ਹੁਣ ਤੱਕ, ਔਰ ਜਿਸ ਦੇ ਚੱਲਦੇ ਉਹ ਕਾਨੂੰਨ ਦੇ ਨਾਲ ਵੀ ਖਿਲਵਾੜ ਕਰ ਰਹੇ ਨੇ। ਤੁਹਾਡਾ ਇਸ ਬਾਰੇ ਕੀ ਕਹਿਣਾ? ਬਿਲਕੁਲ, ਤੁਸੀਂ ਬਿਲਕੁਲ ਠੀਕ ਕਹਿ ਰਹੇ ਹੋ ਵੀ ਆਮ ਜਿਹੜਾ ਕਾਮਨ ਬੰਦਾ ਹੈ, ਜਿਹਨੂੰ ਬਹੁਤੀ ਕਾਨੂੰਨੀ ਦਾਅ-ਪੇਚਾਂ ਦਾ ਨਹੀਂ ਪਤਾ, ਜਿਹਨੂੰ ਬਹੁਤਾ ਗਿਆਨ ਵੀ ਨਹੀਂ ਸਿੱਖ ਪਰੰਪਰਾਵਾਂ ਦਾ ਜਾਂ ਮਰਿਆਦਾ ਦਾ, ਉਹ ਵੀ ਇਸ ਘਟਨਾਵਾਂ ਤੋਂ ਹਤਾਸ਼ ਹੈ। ਉਹ ਵੀ ਦੁਖੀ ਹੋ ਰਿਹਾ ਕਿ ਵੀ ਵਾਰ-ਵਾਰ ਫਿਰ ਤੁਸੀਂ ਕਹਿ ਰਹੇ ਹੋ ਨਾ ਵੀ ਇਨਵੈਸਟੀਗੇਸ਼ਨ ਤੋਂ ਬਾਅਦ ਕਹਿੰਦੇ ਆ ਵੀ ਇਹ ਮੰਦਬੁੱਧੀ ਹੈ। ਇਨਵੈਸਟੀਗੇਸ਼ਨ ਤਾਂ ਕਰਦੇ ਕੋਈ ਨਹੀਂ, ਪਹਿਲੇ ਦਿਨ ਤੋਂ ਹੀ ਕਹਿਣਾ ਸ਼ੁਰੂ ਕਰ ਦਿੰਦੇ। ਬਿਲਕੁਲ ਦੇਖੋ, ਪੁਲਿਸ ਨੂੰ ਜਾਂ ਮੀਡੀਆ ਨੂੰ, ਪ੍ਰੈਸ ਨੂੰ ਕੀ ਅਧਿਕਾਰ ਹੈ ਕਿਸੇ ਨੂੰ ਮੰਦਬੁੱਧੀ ਕਰਾਰ ਦੇਣ ਦਾ? ਬਿਲਕੁਲ ਇਹ ਤਾਂ ਕਿਸੇ ਕੋਈ ਸੈਕੈਟਰਿਸਟ ਹੀ ਇਹਦੀ ਕਨਫਰਮ ਕਰ ਸਕਦਾ ਕਿ ਮੰਦਬੁੱਧੀ ਹੈ ਕਿ ਨਹੀਂ ਹੈ। ਪਰ ਉਹ ਪਹਿਲੇ ਦਿਨ ਹੀ ਮੀਡੀਆ ਵਾਲੇ ਵੀ ਅਤੇ ਪੁਲਿਸ ਵਾਲੇ ਵੀ ਸਾਰੇ ਕਹਿਣਾ ਸ਼ੁਰੂ ਕਰ ਦਿੰਦੇ ਆ। ਜਿਹੜਾ ਇੱਕ ਨੈਰੇਟਿਵ ਸਿਰ ਦਿੱਤਾ ਜਾਂਦਾ, ਉਹੀ ਬੰਦਾ 20-30 ਦਿਨਾਂ ਬਾਅਦ ਜਾਂ ਮਹੀਨੇ ਬਾਅਦ ਉਹ ਜ਼ਮਾਨਤ ਲੈ ਕੇ ਬਾਹਰ ਤੁਰਿਆ ਫਿਰਦਾ ਹੁੰਦਾ, ਉਹਦੀ ਮੰਦਬੁੱਧੀ ਪਤਾ ਨਹੀਂ ਕਿੱਥੇ ਜਾਂਦੀ ਹੈ। ਉਹ ਮਤਲਬ ਇਹ ਇੱਕ ਆਪਣੇ ਆਪ 'ਚ ਇੱਕ ਕਾਮਨ ਬੰਦਾ, ਉਹਨੂੰ ਵੀ ਇਹ ਗੱਲ ਸਮਝ ਆ ਰਹੀ ਹੈ। ਅਤੇ ਐਡੀ ਵੱਡੀਆਂ ਦੇਸ਼ ਦੀਆਂ ਸੁਰੱਖਿਆ ਏਜੰਸੀਆਂ, ਇਨਵੈਸਟੀਗੇਟਿੰਗ ਏਜੰਸੀਆਂ, ਸਾਡੀ ਇੰਟੈਲੀਜੈਂਸ ਏਜੰਸੀਆਂ, CID, ਉਹ ਕਿੱਥੇ ਹੈ? ਸਿਰਫ ਪੰਜਾਬ 'ਚ ਹੋ ਰਹੀਆਂ। ਬਿਲਕੁਲ ਪੰਜਾਬ ਤੋਂ ਬਾਹਰ ਨਹੀਂ ਹੋ ਰਹੀਆਂ, ਔਰ ਕਿਸੇ ਦੇਸ਼ ਤੋਂ ਬਾਹਰ ਨਹੀਂ ਹੋ ਰਹੀਆਂ, ਕਿਸੇ ਹੋਰ ਧਰਮ ਸਥਾਨ 'ਚ ਨਹੀਂ ਹੋ ਰਹੀਆਂ, ਵਾਰ-ਵਾਰ ਗੁਰਦੁਆਰਿਆਂ 'ਚ ਹੀ ਹੋ ਰਹੀਆਂ। ਉਹ ਮੰਦਬੁੱਧੀ ਗੁਰਦੁਆਰਿਆਂ 'ਚ ਹੀ ਵਾਰ-ਵਾਰ ਆਉਂਦੇ, ਔਰ ਅਲੱਗ-ਅਲੱਗ ਤਰੀਕਿਆਂ ਨਾਲ ਆਉਂਦੇ ਆ। ਉਹ ਸ਼ਰਾਬ ਪੀਣ ਆ ਗਈ ਲੇਡੀ ਉੱਥੇ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਦੇ ਸਰੋਵਰ 'ਤੇ, ਇਹ ਜੁੱਤੀਆਂ ਪਾ ਕੇ ਅੰਦਰ ਆ ਗਿਆ। ਅਤੇ ਮਤਲਬ ਉਹ ਇਹਨੇ ਪਤਾ ਨਹੀਂ ਕੀ ਕਰਨਾ ਸੀ, ਤਾਂ ਸੇਵਾਦਾਰਾਂ ਦੀ ਮੁਸਤੈਦੀ ਸੀ, ਉਹਨਾਂ ਨੇ ਫੜ ਲਿਆ। ਸੇਮ ਉੱਥੇ ਹੋਇਆ ਮੋਰਿੰਡੇ ਵੀ, ਉੱਥੇ ਵੀ ਸੇਵਾਦਾਰਾਂ ਨੇ ਮੌਕੇ 'ਤੇ ਫੜ ਲਿਆ। ਜਿੰਨੇ ਵੀ ਅੱਜ ਦੀਆਂ ਜਿੰਨੀਆਂ ਪਿੱਛੇ ਤਰਖਾਣ ਮਾਜਰਾ 2-3 ਸਾਲ ਪਹਿਲਾਂ ਤਰਖਾਣ ਮਾਜਰਾ ਸਰਹੰਦ ਹੋਈ ਸੀ ਘਟਨਾ, ਉਹ 2 ਗੁਰਦੁਆਰਿਆਂ 'ਚ ਕਰੀ ਸੀ, ਦੂਜੇ ਗੁਰਦੁਆਰੇ 'ਚ ਫੜਿਆ ਗਿਆ, ਉਹਦਾ ਕੇਸ ਦਾ ਕੋਈ ਪਤਾ ਨਹੀਂ।
ਉਹ ਵੀ ਜ਼ਮਾਨਤਾਂ ਕਰਾ ਕੇ ਬਾਹਰ ਘੁੰਮ ਰਿਹਾ। ਇੰਦਰਪਾਲ ਜੀ, ਬਿਲਕੁਲ ਜਦੋਂ ਵੀ ਅਜਿਹੀਆਂ ਘਟਨਾਵਾਂ ਵਾਪਰਦੀਆਂ ਨੇ, ਚਾਹੇ ਪੁਲਿਸ ਪ੍ਰਸ਼ਾਸਨ ਹੋਵੇ, ਉਸ ਤੋਂ ਬਾਅਦ ਕਈ ਰਾਜਨੀਤਿਕ ਲੀਡਰ ਨੇ ਜਾਂ ਸਮੇਂ ਦੀਆਂ ਜਿਹੜੀਆਂ ਸਰਕਾਰਾਂ ਹੁੰਦੀਆਂ ਨੇ, ਉਹਨਾਂ ਵੱਲੋਂ ਇਹ ਬਿਆਨ ਦਿੱਤੇ ਜਾਂਦੇ ਨੇ ਕਿ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਏਗੀ। ਔਰ ਪਿਛਲੇ ਦਿਨੀ ਜਦੋਂ ਗੁਰਦੁਆਰਾ ਕੋਤਵਾਲੀ ਸਾਹਿਬ ਦੇ ਵਿੱਚ ਇਹ ਇੰਸੀਡੈਂਟ ਵਾਪਰਿਆ ਤਾਂ ਐਸਜੀਪੀਸੀ ਨੇ ਵੀ ਇੱਥੇ ਤੱਕ ਕਹਿਤਾ ਸੀ ਕਿ ਮੌਤ ਦੀ ਸਜ਼ਾ ਜਿਹੜੀ ਹੈ ਬਣਦੀ ਹੈ, ਸਿਰਫ 295 ਇਹ ਲਗਾ ਕੇ ਮੁਜਰਿਮ ਨੂੰ ਨਹੀਂ ਛੱਡਣਾ ਚਾਹੀਦਾ। ਤੁਹਾਡੇ ਮੁਤਾਬਕ ਅਜਿਹੀ ਕਿਹੜੀ ਸਜ਼ਾ ਹੋਣੀ ਚਾਹੀਦੀ ਹੈ ਮਿਸਾਲੀ, ਜਿਸ ਨਾਲ ਇਹ ਬੇਅਦਬੀਆਂ ਕਰਨ ਵਾਲੇ ਔਰ ਸਾਜ਼ਿਸ਼ਕਰਤਾ ਜਿਹੜੇ ਨੇ ਉਹ ਰੋਕੇ ਜਾ ਸਕਣ? ਮੈਂ ਤਾਂ ਕਿਉਂ ਗੱਲ ਕਹਿਣਾ ਜੀ, ਮਾਸਟਰ ਮਾਈਂਡ ਫੜ ਲਓ ਇਹਨਾਂ ਦੇ। ਇਹਦੇ ਪਿੱਛੇ ਇਹ ਸਾਰੀ ਸਾਜ਼ਿਸ਼ ਦੇ ਪਿੱਛੇ ਕੌਣ ਹੈ ਸਾਜ਼ਿਸ਼ ਕਰਤਾ, ਜਿਹੜਾ ਇਹ ਸਾਰਾ ਕੁਝ ਕਰ ਰਿਹਾ, ਲਾਲਚ ਦੇ ਰਿਹਾ ਹੈ, ਜਾਂ ਕਿਵੇਂ ਉਹਨਾਂ ਤੋਂ ਇਹ ਘਟਨਾਵਾਂ ਕਰਵਾਈਆਂ ਜਾ ਰਹੀਆਂ? ਕਿਉਂਕਿ ਇਹ ਤਾਂ ਟੂਲਸ ਹੈ ਜਿਹੜੇ ਅੱਗੇ ਆ ਰਹੇ ਆ, ਜਿਨ੍ਹਾਂ ਨੂੰ ਅਸੀਂ ਕਹਿ ਰਹੇ ਹਾਂ ਮਿਸਾਲੀ ਸਜ਼ਾ ਦਿਓ। ਉਹਨਾਂ ਨੂੰ ਮਿਸਾਲੀ ਸਜ਼ਾ ਦੇਣ ਨਾਲ ਕੁਝ ਨਹੀਂ ਬਣਨਾ। ਉਹਨਾਂ ਨੂੰ ਤਾਂ ਲੋਕਾਂ ਨੇ ਫੜ ਕੇ ਮਾਰਤਾ ਤੇ ਉਹਦੇ ਨਾਲ ਕੀ ਫਰਕ ਪੈ ਗਿਆ? ਬੇਅਦਬੀ ਰੁਕ ਗਈ। ਪਟਿਆਲੇ ਘਟਨਾ ਹੋਈ ਤੇ ਰਾਜਪੁਰੇ ਬੰਦਾ ਫਿਰ ਆ ਗਿਆ ਗੁਰਦੁਆਰੇ 'ਚ। ਬਿਲਕੁਲ ਸਮਾਂ ਵੀ ਘਟਦਾ ਜਾ ਰਿਹਾ। ਪਹਿਲਾਂ ਸਾਲਾਂ ਬੱਧੀ ਹੁੰਦੀ ਸੀ, ਹੁਣ ਤਾਂ ਮੈਂ ਕਹਿੰਦਾ ਹਫ਼ਤੇ ਦੇ ਵਿੱਚ ਦੂਸਰੀ ਘਟਨਾ ਹੋ ਜਾਣੀ। ਮਤਲਬ ਇਹ ਇੱਕ ਚੇਨ ਬਣ ਗਈ ਹੈ। ਇਹਦੇ ਜਦੋਂ ਤੱਕ ਤੁਸੀਂ ਸਾਜ਼ਿਸ਼ਕਰਤਾ ਨੂੰ ਨਹੀਂ ਫੜਦੇ, ਜਿਹੜਾ ਮਰਜ਼ੀ ਕਾਨੂੰਨ ਲਾ ਲਓ, ਜੋ ਮਰਜ਼ੀ ਕਰ ਲਓ, ਅੰਦਰ ਦੇ ਦਿਓ ਜੋ ਮਰਜ਼ੀ, ਪਰ ਫਿਰ ਵੀ ਇਹਦੇ ਬਾਰੇ ਮੈਂ ਤਾਂ ਫਿਰ ਵਾਰ-ਵਾਰ ਇੱਕੋ ਗੱਲ ਕਹਿ ਰਿਹਾ ਕਿ ਜਦੋਂ ਤੱਕ ਇਹਦੇ ਪਿੱਛੇ ਬ੍ਰੇਨ ਬਿਹਾਈਂਡ ਕੌਣ ਹੈ, ਉਹਨਾਂ ਦਾ ਕੀ ਮਨਸ਼ਾ ਹੈ, ਇਹ ਤਾਂ ਪੰਜਾਬੀਆਂ ਦੀ ਜਿਹੜੀਆਂ ਮੈਂ ਸਮਝਦਾ ਵੀ ਇੱਕ ਬਹੁਤ ਵੱਡੀ ਫਰਾਖ ਦਿਲੀ ਹੈ ਕਿ ਉਹ ਇਹਨਾਂ ਘਟਨਾਵਾਂ ਤੋਂ ਭੜਕ ਨਹੀਂ ਰਹੇ ਅਤੇ ਉਹਨਾਂ ਸਾਜ਼ਿਸ਼ਕਰਤਾਵਾਂ ਦਾ ਮਕਸਦ ਪੂਰਾ ਨਹੀਂ ਹੋ ਰਿਹਾ ਅਤੇ ਉਹ ਵਾਰ-ਵਾਰ ਇਹ ਘਟਨਾਵਾਂ ਕਰਾ ਰਹੇ ਹੈ। ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ 'ਚ ਵੀ ਹੋ ਗਈ, ਤਖ਼ਤ ਸ਼੍ਰੀ ਕੇਸਗੜ੍ਹ ਸਾਹਿਬ 'ਚ ਵੀ ਹੋ ਗਈ। ਉਹ ਸਮਝਦੇ ਵੀ ਸਾਡਾ ਜਿਹੜਾ ਅਸੀਂ ਪੰਜਾਬ ਦੇ ਵਿੱਚ ਮਾਹੌਲ ਖਰਾਬ ਕਰਨਾ ਚਾਹੁੰਦੇ ਹਾਂ, ਨਹੀਂ ਪੂਰਾ ਹੋ ਰਿਹਾ ਮਕਸਦ। ਅਤੇ ਕੀ ਸਾਡੀਆਂ ਸੁਰੱਖਿਆ ਏਜੰਸੀਆਂ, ਸਾਡੀਆਂ ਇੰਟੈਲੀਜੈਂਸ ਏਜੰਸੀਆਂ ਉਹ ਇੰਨਾ ਸਮਰੱਥ ਨਹੀਂ ਹੈ ਕਿ ਅਸੀਂ ਇਹਨਾਂ ਸਾਜ਼ਿਸ਼ਕਰਤਾਵਾਂ ਨੂੰ ਨੰਗੇ ਕਰਕੇ ਸਾਹਮਣੇ ਲਿਆਈਏ? ਕਿਉਂਕਿ ਜਦੋਂ ਤੱਕ ਸਾਜ਼ਿਸ਼ਕਰਤਾ ਨਹੀਂ ਫੜੇ ਜਾਂਦੇ, ਇਹ ਟੂਲਸ ਤਾਂ ਇਹ ਤਾਂ ਜਿਹੜੇ ਕਰਿੰਦੇ ਹੈ, ਪਿਆਦੇ ਹੈ, ਇਹ ਤਾਂ ਪੈਦਾ ਹੁੰਦੇ ਰਹਿਣਗੇ, ਇਹਨਾਂ ਨੂੰ ਤੁਸੀਂ ਰੋਕ ਨਹੀਂ ਸਕਦੇ। ਬਿਲਕੁਲ ਇੰਦਰਪਾਲ ਜੀ, ਜਿੱਥੇ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਸਿੱਖ ਪੰਥ ਨੂੰ ਦੀਆਂ ਸੈਂਟੀਮੈਂਟਸ ਨੂੰ ਹਰਟ ਕਰਨ ਦੀ, ਉਸ ਦੇ ਨਾਲ ਨਾਲ ਭਾਈਚਾਰਕ ਸਾਂਝ ਨੂੰ ਵੀ ਢਾਹ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜਿੰਨੇ ਵੀ ਇੰਸੀਡੈਂਟ ਜਿਹੜੇ ਨੇ ਵਾਪਰੇ ਨੇ, ਚਾਹੇ ਦਰਬਾਰ ਸਾਹਿਬ ਦੀ ਗੱਲ ਹੋਵੇ ਜਾਂ ਹੋਰ ਜਗ੍ਹਾਵਾਂ 'ਤੇ ਜਿਹੜੇ ਇਹ ਇੰਸੀਡੈਂਟ ਹੋਏ ਨੇ, ਕੀ ਲੱਗਦਾ ਹੈ ਕਿ ਜਿੱਥੇ ਇਹ ਲੋਕ ਕਾਨੂੰਨ ਦੇ ਨਾਲ ਖਿਲਵਾੜ ਕਰ ਰਹੇ ਨੇ ਔਰ ਬੜੀ ਕਹਿ ਲਓ ਵੀ ਸ਼ੈਤਾਨੀ ਤਰੀਕੇ ਦੇ ਨਾਲ ਇਹ ਇੱਦਾਂ ਦੀਆਂ ਘਟਨਾਵਾਂ ਨੂੰ ਅੰਜਾਮ ਦਿੰਦੇ ਨੇ ਔਰ ਸ਼ਾਤਰਾਨਾ ਤਰੀਕੇ ਦੇ ਨਾਲ ਬਰੀ ਵੀ ਹੋ ਜਾਂਦੇ ਨੇ? ਕਾਨੂੰਨ ਦੇ ਵਿੱਚ ਜੇ ਗੱਲ ਕੀਤੀ ਜਾਵੇ, ਬੜਾ ਕੁਛ ਹੈ, ਜਿੱਦਾਂ ਮੁਜਰਿਮ ਨੂੰ ਸੱਚ ਉਗਲਵਾਉਣ ਦੇ ਲਈ ਲਾਈਵ ਡਿਟੈਕਟਿਵ ਮਸ਼ੀਨਾਂ ਨੇ, ਉਹਨਾਂ ਦੀ ਵੀ ਵਰਤੋਂ ਕੀਤੀ ਜਾਣੀ ਚਾਹੀਦੀ ਹੈ, ਕਿਉਂਕਿ ਜਦ ਤੱਕ ਸੱਚ ਜਿਹੜਾ ਪਰਤਾਂ ਸੱਚ ਦੀਆਂ ਨਹੀਂ ਖੁੱਲਣਗੀਆਂ, ਕਿਉਂਕਿ ਵੇਖਿਆ ਜਾ ਰਿਹਾ ਕਿ ਜਿਹੜੇ ਸਾਜ਼ਿਸ਼ਕਰਤਾ ਨੇ ਉਹ ਕਿਤੇ ਨਾ ਕਿਤੇ ਕਾਨੂੰਨ ਦੀ ਪਕੜ ਤੋਂ ਦੂਰ ਨੇ। ਸਿਰਫ ਜਿਹੜੇ ਬੇਅਦਬੀਆਂ ਕਰਨ ਵਾਲੇ ਸਾਹਮਣੇ ਆ ਰਹੇ ਨੇ, ਉਹਨਾਂ ਦੇ ਪਿੱਛੇ ਜਿਵੇਂ ਤੁਸੀਂ ਦੱਸਿਆ ਕਿ ਸਿਰਫ ਟੂਲਸ ਸਾਹਮਣੇ ਆ ਰਹੇ ਨੇ, ਸਾਜ਼ਿਸ਼ਕਰਤਾ ਸਾਹਮਣੇ ਹੀ ਨਹੀਂ ਆ ਰਹੇ। ਉਹਨਾਂ ਨੂੰ ਕਿਸ ਤਰ੍ਹਾਂ ਫੜਿਆ ਜਾਵੇ? ਔਰ ਤੁਹਾਨੂੰ ਕੀ ਲੱਗਦਾ ਕਿ ਕੋਈ ਸਿਆਸਤਦਾਨ ਹੋ ਸਕਦਾ ਹੈ, ਜਾਂ ਜਿੱਦਾਂ ਤੁਸੀਂ ਸ਼ੁਰੂਆਤ ਦੇ ਵਿੱਚ ਗੱਲ ਕੀਤੀ ਸੀ ਕਿ ਜਿਹੜੇ ਡੇਰੇ ਨੇ ਉਹ ਇਹਨਾਂ ਦੇ ਪਿੱਛੇ ਕਿਤੇ ਨਾ ਕਿਤੇ ਬੇਅਦਬੀ ਦੇ ਵਿੱਚ ਹੁਣ ਤੱਕ ਸਾਹਮਣੇ ਆਏ ਜਿੰਨੇ ਇੰਸੀਡੈਂਟ ਨੇ, ਤੇ ਕੀ ਲੱਗਦਾ ਕਿ ਪਿੱਛੇ ਕੋਈ ਸਿਆਸਤਦਾਨ ਹੋ ਸਕਦਾ ਜਾਂ ਕੋਈ ਡੇਰਾ ਪ੍ਰਥਾ ਜਿਹੜੀ ਚੱਲ ਰਹੀ ਹੈ ਉਹ ਕਾਰਨ ਹੋ ਸਕਦੇ ਨੇ? ਦੇਖੋ, ਇੱਕ ਤਾਂ ਗੱਲ ਮੰਨ ਕੇ ਚੱਲ ਪਓ ਵੀ ਬਹੁਤ ਲੰਬੇ ਸਮੇਂ ਤੋਂ ਮੈਂ ਸਮਝਦਾ ਵੀ 1849 'ਚ ਖਾਲਸਾ ਰਾਜ ਜਾਣ ਤੋਂ ਬਾਅਦ ਇੱਕ ਸਾਜ਼ਿਸ਼ ਅਧੀਨ, ਭਾਵੇਂ ਉਹ ਅੰਗਰੇਜ਼ ਦੀ ਹਕੂਮਤ ਸੀ, ਭਾਵੇਂ ਉਹ ਕਾਂਗਰਸ ਦੀ ਹਕੂਮਤ ਸੀ, ਭਾਵੇਂ ਕੋਈ ਵੀ ਜਿਹੜੀ ਇੱਕ ਸਟੇਟ ਪਾਲਿਸੀ ਦੇ ਤਹਿਤ ਜਿਹੜੇ ਸਿੱਖਾਂ ਨੂੰ ਸ਼ਬਦ ਗੁਰੂ ਨਾਲੋਂ ਜਿਹੜਾ ਤੋੜਨ ਦਾ ਜਿਹੜਾ ਇੱਕ ਸਾਜ਼ਿਸ਼ ਹੈ ਬਹੁਤ ਵੱਡੀ, ਕਿ ਕਿਸੇ ਤਰੀਕੇ ਨਾਲ ਇਹਨਾਂ ਨੂੰ ਜਿਹੜੇ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਦੇ ਆ, ਬਾਣੀ ਨੂੰ ਗੁਰੂ ਮੰਨਦੇ ਆ, ਬਾਣੀ ਗੁਰੂ ਹੈ, ਬਾਣੀ ਅਸੀਂ ਕਹਿੰਦੇ ਹਾਂ, ਸ਼ਬਦ ਨੂੰ ਅਸੀਂ ਗੁਰੂ ਮੰਨਦੇ ਹਾਂ, ਉਹਦੇ ਨਾਲੋਂ ਸਿੱਖਾਂ ਨੂੰ ਕਿਵੇਂ ਤੋੜਿਆ ਜਾਵੇ? ਫਿਰ ਇਹਨਾਂ ਦੀਆਂ ਜਿਹੜੀਆਂ ਸਿੱਖ ਪਰੰਪਰਾਵਾਂ ਹੈ, ਰਹੁ ਰੀਤਾਂ ਹੈ, ਸਿੱਖ ਇਤਿਹਾਸਕ ਸਥਾਨ ਹੈ, ਸਿੱਖ ਗੁਰਧਾਮ ਹੈ, ਉਹਨਾਂ 'ਤੇ ਇਹਨਾਂ ਦੀ ਸ਼ਰਧਾ ਨੂੰ ਕਿਵੇਂ ਘੱਟ ਕੀਤਾ ਜਾਵੇ? ਆਹ ਜਿਹੜੇ ਦਰਬਾਰ ਸਾਹਿਬ 'ਚ ਬੰਬ ਧਮਾਕੇ ਹੋਏ ਹੈ, ਇਹ ਸ਼੍ਰੋਮਣੀ ਕਮੇਟੀ ਦੀ ਮੁਸਤੈਦੀ ਸੀ ਕਿ ਉਹਨਾਂ ਨੇ ਖੁਦ ਉਹ ਬੰਦੇ ਆਇਡੈਂਟੀਫਾਈ ਕਰਕੇ ਫੜ ਲਏ, ਪੁਲਿਸ ਦੇ ਹਵਾਲੇ ਕਰਤੇ। ਅਦਰਵਾਈਜ਼ ਇਹ ਬੰਦੇ ਬਾਅਦ 'ਚ ਫੜੇ ਜਾਂਦੇ ਅਤੇ ਇਹ ਗੱਲ ਕਹਿਣੀ ਸੀ ਕਿ ਗੁਰੂ ਰਾਮਦਾਸ ਸਰਾਜ ਬੰਬ ਬਣ ਰਹੇ ਸੀ। ਬਿਲਕੁਲ, ਇਹ ਇੱਕ ਬੜੀ ਵੱਡੀ ਸਾਜ਼ਿਸ਼ ਸੀ। ਇਹ ਤਾਂ ਸ਼੍ਰੋਮਣੀ ਕਮੇਟੀ ਦੇ ਮੈਂ ਪ੍ਰਧਾਨ ਸਾਹਿਬ ਨੂੰ ਵਧਾਈ ਦਿੰਦਾ ਇਸ ਗੱਲ ਦੀ ਕਿ ਉਹਨਾਂ ਦੇ ਕਰਮਚਾਰੀ, ਉਹਨਾਂ ਦਾ ਸਾਰਾ ਸਿਸਟਮ ਇੰਨਾ ਚੁਸਤ ਦਰੁਸਤ ਹੈ ਕਿ ਉਹਨਾਂ ਨੇ ਉਹ ਬੰਦੇ ਆਇਡੈਂਟੀਫਾਈ ਕਰਕੇ ਫੜ ਕੇ ਬਿਲਕੁਲ ਵਿਦ ਪ੍ਰੂਫ ਪੁਲਿਸ ਦੇ ਹਵਾਲੇ ਕੀਤੇ ਹੈ। ਪਰ ਉਹਦਾ ਵੀ ਸਾਨੂੰ ਕੁਛ ਨਹੀਂ ਪਤਾ। ਟਿਲ ਡੇਟ ਪੁਲਿਸ ਉਹਨਾਂ ਤੋਂ ਪੁੱਛ ਹੀ ਨਹੀਂ ਸਕੀ ਕਿ ਹੂ ਆਰ ਦਾ ਮਾਸਟਰ ਮਾਈਂਡ। ਉਹ ਤਾਂ ਜਿਵੇਂ ਉਹਦੀ ਪਿੰਡ ਦੀ ਸਾਰੇ ਤੁਸੀਂ ਸਟੋਰੀਆਂ ਸੋਸ਼ਲ ਮੀਡੀਆ 'ਤੇ ਦੇਖੀਆਂ, ਉਹ ਤਾਂ ਉਜੜਿਆ ਕਰ ਰਿਹਾ, ਹੁਣ ਤਾਂ ਪਿੰਡ 'ਚ ਕੋਈ ਪੁੱਛਦਾ ਨਹੀਂ। ਬਿਲਕੁਲ, ਉਹ ਬੰਦਾ ਨਿਹੰਗਾਂ ਵਾਲਾ ਬਾਣਾ ਪਾ ਕੇ ਅਤੇ ਸਿੱਖ ਬਾਣਾ ਪਾ ਕੇ ਅਤੇ ਉਹ ਉੱਤੇ ਖੜ੍ਹ ਕੇ ਫੋਟੋ ਖਿਚਾ ਕੇ ਕਿਹਨੂੰ ਭੇਜ ਰਿਹਾ? ਹੱਥ 'ਚ ਬੰਬ ਫੜ ਕੇ
ਉਹ ਪਾਰਕਿੰਗ ਦੇ ਉੱਪਰ ਕੱਢ ਕੇ ਤੇ ਕਿਹਨੂੰ ਫੋਟੋਆਂ ਭੇਜ ਰਿਹਾ, ਹੂ ਇਜ਼ ਫੰਡਿੰਗ ਹਿਮ। ਇਹ ਚੀਜ਼ ਦਾ ਬੰਦੇ ਤਾਂ ਫੜ ਹੀ ਲਏ ਤੇ ਪੁਲਿਸ ਨੇ ਅੱਜ ਤੱਕ ਚੁੱਪ ਹੈ। ਮਾਸਟਰ ਮਾਈਂਡ ਕੌਣ ਹੈ, ਉਹਨੂੰ ਕਿਹਨੇ ਭੇਜਿਆ ਸੀ? ਆਪਣੇ ਆਪ ਤਾਂ ਉਹ ਆ ਨਹੀਂ ਗਏ। ਉਹ ਤੁਸੀਂ ਜਿਹਦੇ ਕੋਲੋਂ ਪੋਟਾਸ਼ ਲੈ ਕੇ ਆਇਆ ਉਹਨੂੰ ਤੁਸੀਂ ਫੜ ਲਓ, ਕੀ ਕਰੋਗੇ? ਉਹ ਸਾਰੀ ਦੁਕਾਨਾਂ ਤੋਂ ਮਿਲਦੀ ਹੈ ਪੋਟਾਸ਼, ਤਾਂ ਹਰ ਦੁਕਾਨਾਂ ਤੋਂ ਮਿਲ ਜਾਂਦੀ ਹੈ। ਬੰਬ ਬਣਦੇ ਆ ਨਾ ਸਾਰੇ ਜਿਹੜੇ ਅਸੀਂ ਦੀਵਾਲੀ ਤੇ ਚਲਾਉਂਦੇ, ਬੱਚੇ ਚਲਾਉਂਦੇ ਆ, ਸਾਰੇ ਉਸੇ ਨਾਲ ਹੀ ਬਣਦੇ ਨਾ। ਤੇ ਪਰ ਇਹ ਉਹ ਜਿਸ ਪਰਪਸ ਨਾਲ ਉਹ ਕੰਮ ਕਰ ਰਿਹਾ ਸੀ, ਉਹ ਪੋਟਾਸ਼ ਵਾਲੇ ਫੜਨ ਨਾਲ ਪਰਪਸ ਹੱਲ ਨਹੀਂ ਹੋਣਾ। ਉਹ ਜਿਹੜਾ ਬੰਦਾ ਮੇਨ ਮੁਜਰਮ ਜਿਹੜਾ ਹੈ, ਜਿਹੜਾ ਫੋਟੋਆਂ ਖਿੱਚ ਕੇ ਕਿਹਨੂੰ ਭੇਜ ਰਿਹਾ, ਟਿਲ ਡੇਟ ਪੁਲਿਸ ਇਹੀ ਨਹੀਂ, ਇੰਨਾ ਛੋਟੀ ਜਿਹੀ ਗੱਲ ਨਹੀਂ ਪਤਾ ਕਰ ਸਕੀ। ਕੀ ਲੱਗਦਾ ਵਾ ਨੌਜਵਾਨਾਂ ਨੂੰ ਪੈਸੇ ਦਾ ਲਾਲਚ ਦੇ ਕੇ ਜਾਂ ਕੁਝ ਹੋਰ ਚੀਜ਼ਾਂ ਕਹਾਣੀਆਂ ਬਣਾ ਕੇ ਵਰਗਲਾਇਆ ਜਾਂਦਾ ਹੈ, ਔਰ ਪੰਜਾਬ ਦੇ ਨੌਜਵਾਨ ਨੇ ਜਿਹੜੇ ਉਹਨਾਂ ਦੇ ਬਹਿਕਾਵੇ ਦੇ ਵਿੱਚ ਆ ਜਾਂਦੇ ਨੇ ਤਾਂ ਜੋ ਇਹ ਚੀਜ਼ਾਂ ਹੁੰਦੀਆਂ ਨੇ। ਉਸ ਤੋਂ ਬਾਅਦ ਜੇ ਬੇਅਦਬੀਆਂ ਦੀ ਗੱਲ ਕੀਤੀ ਜਾਵੇ, ਇਸ ਪਿੱਛੇ ਵੀ ਇਹੀ ਹੈ ਕਿ ਪੈਸੇ ਦਾ ਲਾਲਚ ਜਾਂ ਵਰਗਲਾਉਣਾ ਹੀ ਹੈ। ਨਹੀਂ, ਹੁਣ ਤੱਕ ਤਾਂ ਇਹ ਦਿਖ ਰਿਹਾ ਕਿ ਪੈਸੇ ਦਾ ਲਾਲਚ ਹੈ। ਕੋਈ ਦੇ ਪਿੱਛੇ ਮਤਲਬ ਕਿ ਮੈਂ ਤਾਂ ਕੋਈ ਬਹੁਤੀ ਜਿਹੜੇ ਉਹ ਔਰਤ ਜਿਹੜਾ ਮਰਡਰ ਹੋਇਆ ਪਟਿਆਲੇ ਜਾਂ ਜਿਹੜਾ ਅੱਜ ਗਿਆ ਜਾਂ ਉਸ ਤੋਂ ਪਹਿਲਾਂ ਮਰਿੰਡੇ ਵਾਲਾ, ਮੈਨੂੰ ਤਾਂ ਕੋਈ ਲੱਗਿਆ ਨਹੀਂ ਵੀ ਉਹਦੇ ਪਿੱਛੇ ਕੋਈ ਮੇਨ ਤਾਂ ਪੈਸਾ ਹੀ ਪਰਪਸ ਲੱਗਦਾ ਕਿ ਕਿਸੇ ਨੇ ਉਹਨੂੰ ਐਜ਼ ਏ ਟੂਲ ਬਣਾ ਕੇ ਭੇਜਿਆ। ਜਾਂ ਤੁਸੀਂ ਦੂਰ ਕਿਉਂ ਜਾਂਦੇ ਹੋ? ਜਿਹੜਾ ਉਹ ਸਿੱਧੂ ਮੂਸੇਵਾਲਾ ਦਾ ਕਤਲ ਦੇ ਵਿੱਚ ਜਿਹੜਾ ਬੰਦਾ ਇੱਕ ਫੜਿਆ, ਜਿਹੜਾ ਰੈਕੀ ਕਰ ਰਿਹਾ ਸੀ, ਉਹਨੂੰ ਸਿਰਫ 15,000 ਰੁਪਏ ਮਿਲਿਆ ਸੀ, ਕੇਕੜਾ ਜੀ ਦੀ ਗੱਲ, ਜਿਹਨੇ ਸਿਰਫ ਇਹੀ ਦੱਸਣਾ ਸੀਗਾ ਵੀ ਇਹ ਕਦੋਂ ਬਾਹਰ ਆ ਰਿਹਾ, ਕਦੋਂ ਜਾ ਰਿਹਾ, ਕੀ ਆ ਰਿਹਾ, ਇਨਫੋਰਮੇਸ਼ਨ। ਉਹ ਇੱਕ ਸਾਡਾ ਨੌਜਵਾਨ 15,000 ਪਿੱਛੇ ਐਡੀ ਵੱਡੀ ਸਾਜ਼ਿਸ਼ ਦਾ ਸ਼ਿਕਾਰ ਹੋ ਗਿਆ। ਕਿ ਮਤਲਬ ਕਿ ਸਾਡੀ ਦੇਸ਼ ਦੀਆਂ ਏਜੰਸੀਆਂ ਦਾ, ਸਰਕਾਰਾਂ ਦਾ, ਰਾਜਨੀਤਿਕ ਲੋਕਾਂ ਦਾ, ਮੀਡੀਆ ਦਾ, ਸੋਸ਼ਲ ਮੀਡੀਆ ਦਾ ਇਹ ਫਰਜ਼ ਨਹੀਂ ਬਣਦਾ ਕਿ ਅਸੀਂ ਉਹਨਾਂ ਨੌਜਵਾਨਾਂ ਨੂੰ ਸੰਭਾਲੀਏ, ਉਹਨਾਂ ਨੌਜਵਾਨਾਂ ਨੂੰ ਇਹਨਾਂ ਦੇ ਜਿਹੜੀਆਂ ਛਾਤਰ ਚਾਲਾਂ 'ਚ ਫਸਣ ਤੋਂ ਕਿਵੇਂ ਰੋਕੀਏ, ਕਿਵੇਂ ਕਾਉਂਸਲਿੰਗ ਹੋਵੇ। ਕੋਈ ਤਾਂ ਇਹ ਤਾਂ ਸਾਡੀਆਂ ਜਿਹੜੀਆਂ NGOs ਹੈ, ਜਿਹੜੀਆਂ ਉਹਨਾਂ ਦੀ ਵੀ ਡਿਊਟੀ ਬਣਦੀ ਹੈ ਕਿ ਪੰਜਾਬ ਦੇ ਨੌਜਵਾਨਾਂ ਨੂੰ ਕਿਵੇਂ ਸੰਭਾਲੀਏ ਅਸੀਂ, ਤਾਂ ਕਿ ਇਹਨਾਂ ਸਾਜ਼ਿਸ਼ਾਂ ਦਾ ਸ਼ਿਕਾਰ ਉਹ ਨਾ ਹੋਣ। ਇਹਨਾਂ ਵੱਡੀਆਂ ਤਾਕਤਾਂ ਨੇ ਜਿਹੜਾ ਪੰਜਾਬ 'ਚ ਵੱਡੇ ਪੱਧਰ 'ਤੇ ਗੜਬੜ ਕਰਾਉਣਾ ਚਾਹੁੰਦੀਆਂ, ਉਹਨਾਂ ਦੇ ਵੀ ਟੂਲ ਬਣਨ ਤੋਂ ਅਸੀਂ ਕਿਵੇਂ ਰੋਕਣਾ ਉਹਨਾਂ ਨੌਜਵਾਨਾਂ ਨੂੰ। ਇਹ ਸਾਰੇ ਸਾਡੀ ਇੱਕ ਕਲੈਕਟਿਵ ਰਿਸਪੌਂਸਿਬਿਲਿਟੀ ਹੈ। ਸਰਕਾਰਾਂ ਦਾ ਵੱਡਾ ਰੋਲ ਹੈ, ਬਹੁਤ ਵੱਡਾ ਰੋਲ ਹੈ। ਸਮਾਂ ਦੇਣ ਲਈ ਬਹੁਤ ਬਹੁਤ ਸ਼ੁਕਰੀਆ। ਸੋ ਇਸ ਸਨ ਸਾਡੇ ਨਾਲ ਇੰਦਰਪਾਲ ਸਿੰਘ ਜੀ, ਜਿਨ੍ਹਾਂ ਨੇ ਜਾਣਕਾਰੀ ਸਾਂਝੀ ਕੀਤੀ ਕਿ ਬੇਸ਼ੱਕ ਪੰਜਾਬ ਦੇ ਵਿੱਚ ਇਹ ਜਿਹੜੀਆਂ ਬੇਅਦਬੀਆਂ ਹੋ ਰਹੀਆਂ ਨੇ, ਇਹਨਾਂ ਪਿੱਛੇ ਕੋਈ ਨਾ ਕੋਈ ਸਾਜ਼ਿਸ਼ਕਰਤਾ ਜ਼ਰੂਰ ਹੈ, ਜੋ ਚਾਹੇ ਪੈਸੇ ਦਾ ਲਾਲਚ ਦੇ ਕੇ ਕਹਿ ਲਓ, ਨੌਜਵਾਨਾਂ ਨੂੰ ਵਰਗਲਾ ਕੇ ਇਹ ਚੀਜ਼ਾਂ ਕਰਵਾਉਂਦਾ। ਔਰ ਉਸ ਦੇ ਨਾਲ ਨਾਲ ਉਹਨਾਂ ਨੇ ਇਹ ਵੀ ਕਿਹਾ ਕਿ ਮਿਸਾਲੀ ਸਜ਼ਾ ਜਦ ਤੱਕ ਇਹਨਾਂ ਬੇਅਦਬੀ ਕਰਨ ਵਾਲਿਆਂ ਨੂੰ ਜਾਂ ਸਾਜ਼ਿਸ਼ਕਰਤਾਵਾਂ ਨੂੰ ਨਹੀਂ ਦਿੱਤੀ ਜਾਂਦੀ, ਤਦ ਤੱਕ ਇਹ ਬੇਅਦਬੀਆਂ ਜਿਹੜੀਆਂ ਨਹੀਂ ਰੁਕਣਗੀਆਂ। ਸੋ ਵੇਖਣਾ ਹੋਵੇਗਾ ਕਿ ਹੁਣ ਪ੍ਰਸ਼ਾਸਨ ਔਰ ਜਿਹੜੇ ਸਿੱਖ ਪੰਥ ਦੇ ਨੁਮਾਇੰਦੇ ਨੇ ਇਸ ਉੱਪਰ ਕਿੰਨੀ ਕੁ ਚਿੰਤਾ ਜ਼ਾਹਰ ਕਰਦੇ ਨੇ ਔਰ ਉਸ ਦੇ ਨਾਲ ਨਾਲ ਪੁਖਤਾ ਜਿਹੜੇ ਪ੍ਰਬੰਧ ਕਰਦੇ ਨੇ ਤਾਂ ਜੋ ਇਹਨਾਂ ਬੇਅਦਬੀਆਂ ਨੂੰ ਰੋਕਣ ਦੇ ਲਈ ਇਹਨਾਂ ਸ਼ਰਾਰਤੀ ਅਨਸਰਾਂ ਦੇ ਉੱਪਰ ਨੱਥ ਪਾਈ ਜਾਵੇ। ਕੈਮਰਾਮੈਨ ਦਰਸ਼ੀ ਦੇ ਨਾਲ ਅਮਨ ਸਿੰਘ, ਲੁਧਿਆਣਾ ਟਾਈਮਜ਼।